ਇਹਦਾ ਮੋਟਿਵ ਜੀ ਪਹਿਲਾਂ ਤਾਂ ਮੈਂ ਆਪਣੇ ਬਾਰੇ ਦੱਸ ਦਿਆਂ। ਮੇਰਾ ਨਾਮ ਇਕਬਾਲ ਸਿੰਘ ਸਮਰਾ, ਇਹ ਛੋਟਾ ਭਰਾ ਜਗਤਾਰ ਸਿੰਘ ਸਮਰਾ, ਇੱਧਰਲੇ ਪਾਸੇ ਸੁਖਮੰਦਰ ਸਿੰਘ ਸਮਰਾ। ਅਸੀਂ ਤਿੰਨੇ ਭਰਾ ਸੁਖਜੀਤ ਸਿੰਘ ਕਾਕਾ ਲੋਗੜ ਜੋ ਕਾਂਗਰਸ ਵੱਲੋਂ ਇਲੈਕਸ਼ਨ ਲੜ ਰਹੇ ਆ ਧਰਮਕੋਟ ਹਲਕੇ ਵਿੱਚ, ਅਸੀਂ ਤਿੰਨੇ ਉਹਨਾਂ ਦੇ ਬ੍ਰਦਰ ਹਾਂ। ਇਹ ਜੋ ਅੱਜ ਦੀ ਪ੍ਰੈਸ ਕਾਨਫਰੰਸ ਸੱਦੀ ਗਈ ਆ, ਇਹਦਾ ਮੁੱਖ ਮਕਸਦ ਪਿਛਲੇ ਦਿਨੀ ਜੋ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਦਵਿੰਦਰਜੀਤ ਸਿੰਘ ਲਾਡੀ ਢੋਸ, ਉਹ ਫਤਿਹਗੜ੍ਹ ਪੰਜਤੂਰ ਵਿੱਚ ਲਛਮਣ ਸਿੰਘ ਦੇ ਘਰ ਸਾਡੇ ਪਰਿਵਾਰ 'ਤੇ ਉਂਗਲ ਚੱਕ ਰਿਹਾ ਸੀ ਕਿ ਇਹਨਾਂ ਨੇ 17 ਸਟੋਰ ਅਮਰੀਕਾ ਵਿੱਚ ਖਰੀਦੇ, ਇੱਥੋਂ ਪੈਸਾ ਲਿਆ। ਇਹ ਸਿਰਫ ਉਹਦੀ ਕਲੈਰਿਟੀ ਵਾਸਤੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਦੇਖਿਆ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਗਿਆ, ਉਹ 'ਚ ਕਿੰਨੀ ਕੁ ਸੱਚਾਈ ਹੈ? ਉਸੇ ਸੱਚਾਈ ਬਾਰੇ ਦੱਸਣ ਵਾਸਤੇ ਅਸੀਂ ਇੱਥੇ ਬੈਠੇ ਹਾਂ। ਐਕਚੁਅਲੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਥੋੜ੍ਹਾ ਇਤਿਹਾਸ ਦੱਸ ਦਿਆਂ। ਸਾਡਾ ਪਰਿਵਾਰ ਪਿਛਲੇ 42 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਾਂ। ਅਸੀਂ 4 ਭਰਾ ਅਤੇ 4 ਭੈਣਾਂ, ਔਰ ਸਾਡੇ ਪਰਿਵਾਰ ਵਿੱਚ 6 ਡਾਕਟਰ, 2 ਵਕੀਲ, 3 ਇੰਜੀਨੀਅਰ ਅਤੇ ਅਲੱਗ-ਅਲੱਗ ਬਿਜ਼ਨਸਾਂ ਵਿੱਚ ਅਸੀਂ ਪਿਛਲੇ 40 ਸਾਲਾਂ ਤੋਂ ਇਨਵੋਲਵ ਹਾਂ। ਇਸ ਨੇ ਜੋ 17 ਸਟੋਰਾਂ ਬਾਰੇ ਗੱਲ ਕੀਤੀ ਆ, ਮੈਂ ਇੱਥੇ ਇਹ ਵੀ ਕਲੀਅਰ ਕਰ ਦਿਆਂ, ਸ਼ਾਇਦ ਉਸ ਨੂੰ ਨਹੀਂ ਪਤਾ ਕਿ ਸਾਡੇ ਪਰਿਵਾਰ ਕੋਲ ਕੁੱਲ 57 ਸਟੋਰ ਹਨ। ਰਹੀ ਸਟੋਰ ਖਰੀਦਣ ਦੀ ਗੱਲ, ਸਾਡੇ ਪਰਿਵਾਰ ਦੀ ਇਸ ਟਾਈਮ 'ਤੇ ਇਨਕਮ ਇੱਥੋਂ ਤੱਕ ਹੈ ਕਿ ਅਸੀਂ ਹਰੇਕ ਹਫ਼ਤੇ 1 ਸਟੋਰ ਖਰੀਦਣ ਦੇ ਸਮਰੱਥ ਹਾਂ। ਜੇ ਪੁਰਾਣਾ ਇਤਿਹਾਸ ਫਰੋਲਿਆ ਜਾਵੇ ਪਰਿਵਾਰ ਦਾ, ਪਹਿਲਾਂ ਸਾਡੇ ਤਾਇਆ ਜੀ ਸਰਦਾਰ ਰਤਨ ਸਿੰਘ ਲੋਗੜ, ਉਹ ਇੱਥੋਂ MLA ਰਹਿ ਚੁੱਕੇ ਆ, ਜਦੋਂ ਕਿ ਇਲਾਕਾ ਜੀਰੇ ਤੱਕ ਬਹੁਤ ਵੱਡਾ ਇਲਾਕਾ ਹੁੰਦਾ ਸੀਗਾ। ਉਸ ਤੋਂ ਬਾਅਦ ਸਾਡੇ ਪਿਤਾ ਜੀ ਸਰਦਾਰ ਬੰਦ ਸਿੰਘ ਚੇਅਰਮੈਨ ਦੇ ਨਾਂ ਨਾਲ ਜਾਣੇ ਜਾਂਦੇ ਆ। ਉਹ ਵੱਖ-ਵੱਖ ਅਦਾਰਿਆਂ ਵਿੱਚ ਚੇਅਰਮੈਨਸ਼ਿਪ ਕੀਤੀ, ਸਰਪੰਚ ਰਹੇ ਪਿੰਡ ਦੇ। ਇਹ ਵੀ ਮੈਂ ਦੱਸਣਾ ਜ਼ਰੂਰੀ ਸਮਝਦਾ ਕਿ ਸ਼ਾਇਦ ਪੰਜਾਬ ਵਿੱਚ ਸਭ ਤੋਂ ਲੰਬੀ ਸਰਪੰਚੀ ਸਾਡੇ ਪਰਿਵਾਰ ਦੇ ਹਿੱਸੇ ਆਈ ਹੋਵੇ। ਔਰ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਕਿ ਦਾਸ ਅਮਰੀਕਾ ਵਿੱਚ ਰਹਿ ਰਿਹਾ, ਇੱਥੇ ਆਏ ਨੂੰ ਮੇਰੇ ਪਿੰਡ ਲੋਗੜ ਵਾਲਿਆਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਕਿ ਮੈਨੂੰ ਵੀ ਇੱਥੇ ਆਏ ਨੂੰ ਸਰਪੰਚ ਬਣਾ ਦਿੱਤਾ। ਐਗਜ਼ੈਕਟਲੀ ਮੈਂ ਇਸੇ ਕਰਕੇ ਹੀ ਆਪਣਾ ਤੁਹਾਡਾ ਧਿਆਨ ਆ ਜਿਹੜਾ ਜ਼ਿਆਦਾ ਉਸੇ 'ਤੇ ਹੀ ਫੋਕਸ ਕਰਨਾ ਚਾਹੁੰਦਾ ਕਿ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ, ਇਹ ਸਿਰਫ ਅਤੇ ਸਿਰਫ ਜੋ ਲਾਡੀ ਢੋਸ ਸਰਦਾਰ ਲਛਮਣ ਸਿੰਘ ਦੇ ਘਰੇ ਫਤਿਹਗੜ੍ਹ ਪੰਜਤੂਰ ਵਿੱਚ ਬੋਲਿਆ, ਇਹ ਉਸ ਦੇ ਬਾਰੇ ਆ। ਉਸ ਤੋਂ ਪਹਿਲਾਂ ਵੀ ਇੱਕ ਮੀਟਿੰਗ ਵਿੱਚ ਕੁਛ 1-2 ਹੋਰ ਸ਼ਖਸ ਆ, ਉਹਨਾਂ ਨੇ ਵੀ ਪਰਿਵਾਰ ਦੇ ਉਲਟ ਬੋਲਣ ਦੀ ਕੋਸ਼ਿਸ਼ ਕੀਤੀ ਆ। ਮੈਂ ਉਹਨਾਂ ਬਾਰੇ ਵੀ ਤੁਹਾਨੂੰ ਜ਼ਰੂਰ ਦੱਸੂਗਾ। ਰਹੀ ਗੱਲ ਆਮ ਆਦਮੀ ਪਾਰਟੀ ਦੀ, ਖਾਸ ਕਰਕੇ ਧਰਮਕੋਟ ਵਿੱਚ ਇਹ ਝੂਠ ਦਾ ਇਤਿਹਾਸ ਸਿਰਜ ਰਹੇ। ਪਹਿਲਾਂ ਵੀ ਇਹਨਾਂ ਦੇ ਲੀਡਰ ਇੰਡੀਆ ਲੈਵਲ 'ਤੇ, ਪੰਜਾਬ ਲੈਵਲ 'ਤੇ ਝੂਠ ਬੋਲ ਚੁੱਕੇ ਆ। ਝੂਠ ਬੋਲਿਆ, ਫਿਰ ਜਦੋਂ ਮਾफ़ੀ ਮੰਗਣ ਲੱਗਦੇ ਆ, ਲਿਖਤੀ ਮਾफ़ੀ ਮੰਗੀ, 1 ਤੋਂ ਨਹੀਂ ਮੰਗੀ, 2 ਤੋਂ ਮੰਗੀ, 3 ਤੋਂ ਮੰਗੀ। ਸਭ ਤੋਂ ਪਹਿਲਾਂ ਮਜੀਠੀਆ 'ਤੇ ਡਰੱਗ ਦੇ ਇਲਜ਼ਾਮ ਲਾਏ, ਮੁੜ ਕੇ ਕੇਜਰੀਵਾਲ ਸਾਹਿਬ ਆਪ ਹੀ ਲਿਖਤੀ ਮੁਆਫ਼ੀ ਮੰਗ ਕੇ ਉਹਨਾਂ ਨੂੰ ਕਲੀਨ ਚਿੱਟ ਦੇ ਗਏ। ਫਿਰ ਇਸੇ ਤਰ੍ਹਾਂ ਦੇ ਇਲਜ਼ਾਮ ਗਡਕਰੀ ਸਾਹਿਬ 'ਤੇ ਲਾਏ, ਉਹਨਾਂ ਤੋਂ ਵੀ ਲਿਖਤੀ ਮੁਆਫ਼ੀ ਮੰਗ ਕੇ ਕਲੀਨ ਚਿੱਟ ਦੇ ਗਏ। ਇਹ ਮੈਨੂੰ ਲੱਗਦਾ ਸ਼ਾਇਦ ਲਾਡੀ ਢੋਸ ਦਾ ਕਸੂਰ ਨਾ ਹੋਵੇ, ਇਹ ਆਮ ਆਦਮੀ ਪਾਰਟੀ ਦਾ ਇਤਿਹਾਸ ਬਣ ਚੁੱਕਿਆ ਬਈ ਝੂਠ ਬੋਲਣ ਤੋਂ ਸਿਵਾਏ ਇਹਨਾਂ ਕੋਲੇ ਹੋਰ ਕੁਛ ਨਹੀਂ ਹੈ। ਸਰ ਜੇ ਦੇਖਿਆ ਜਾਵੇ ਤਾਂ ਜਿਹੜੇ ਹੈਗੇ ਆ ਲਾਡੀ ਢੋਸ ਵੱਲੋਂ ਜਿਹੜੀ ਇੱਕ ਵੀਡੀਓ ਆ, ਵੀਡੀਓ ਦੇ ਵਿੱਚ ਕੁਛ ਲੋਕਾਂ ਦਾ ਇਹ ਵੀ ਕਹਿਣਾ ਵੀ ਇਹਨਾਂ ਦੀ ਜਿਹੜੀ ਇਨਕਮ ਆ ਇਸ ਪਰਿਵਾਰ ਦੀ, ਕਾਕਾ ਲੋਗੜ ਦੇ ਪਰਿਵਾਰ ਦੀ ਡਬਲ ਤੋਂ ਟ੍ਰਿਪਲ ਹੋ ਗਈ, ਟ੍ਰਿਪਲ ਤੋਂ ਚੌਗੁਣਾ ਹੋ ਗਈ। ਇਹ ਇਨਕਰੀਜ਼ ਕਿੱਦਾਂ ਹੁੰਦੀ ਜਾਂਦੀ ਹੈ? ਬਿਲਕੁਲ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਪਹਿਲਾਂ ਅਸੀਂ 1 ਸਟੋਰ ਲਿਆ। ਸਾਡੇ ਕੋਲੇ ਸਟੋਰ ਅਮਰੀਕਾ ਵਿੱਚ 42 ਸਾਲਾਂ ਤੋਂ ਅਸੀਂ ਬਿਜ਼ਨਸ ਕਰ ਰਹੇ ਹਾਂ। ਲਾਡੀ ਢੋਸ ਨੇ ਤਾਂ 17 ਗੈਸ ਸਟੇਸ਼ਨ ਕਹੇ ਆ, ਪਰ 17 ਨਹੀਂ, ਸਾਡੇ ਕੋਲੇ ਟੋਟਲ ਪਰਿਵਾਰ ਕੋਲੇ 57 ਸਟੋਰ ਆ। ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਸਾਡੀ ਸਮਰੱਥਾ ਹਰੇਕ ਹਫ਼ਤੇ ਅਸੀਂ ਜੇ ਚਾਹੀਏ 1 ਸਟੋਰ ਖਰੀਦ ਸਕਦੇ ਹਾਂ, ਪਰ ਅਸੀਂ ਫਿਰ ਵੀ ਉਸ ਹਿਸਾਬ ਨਾਲ ज़्यादा स्टोर नहीं खरीद रहे।
ਕਿਉਂਕਿ ਤੁਹਾਨੂੰ ਸਾਰਾ ਕੁਝ ਦੇਖਣਾ ਪੈਂਦਾ, ਉਹਨਾਂ ਨੂੰ ਚਲਾਉਣਾ ਕਿਵੇਂ, ਉਹਦੀ ਮੈਨੇਜਮੈਂਟ ਕਿਵੇਂ ਕਰਨੀ ਆ। ਪਰ ਮੈਂ ਲਾਡੀ ਢੋਸ ਜੀ ਨੂੰ ਦੱਸਣਾ ਚਾਹੁੰਦਾ ਕਿ 17 ਨਹੀਂ 57 ਸਟੋਰ ਆ ਫੈਮਿਲੀ ਕੋਲੇ। ਪਰ ਲਾਡੀ ਢੋਸ ਵੱਲੋਂ ਲਾਈਵ ਜਿਹੜੇ ਹੈਗੇ ਤੁਸੀਂ ਕਹਿ ਰਹੇ ਵੀ ਉਹ ਗਲਤ ਆ ਜਾਂ ਨਹੀਂ, ਕੀ ਐਕਸ਼ਨ ਰਹੂਗਾ ਤੁਹਾਡੇ ਉਹਦੇ ਖਿਲਾਫ? ਮੈਂ ਉਸ ਗੱਲ ਤੇ ਆ ਰਿਹਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਲਾਡੀ ਢੋਸ ਦਾ ਪਿਛੋਕੜ ਵੀ ਥੋੜ੍ਹਾ ਜਿਹਾ ਤੁਹਾਨੂੰ ਵੇਰਵੇ ਸਹਿਤ ਦੱਸ ਦਿਆਂ। ਲਾਡੀ ਢੋਸ ਦਾ ਅਸੀਂ ਲੋਗੜ ਪਰਿਵਾਰ ਤੇ ਢੋਸ ਪਰਿਵਾਰ ਧੜੇ ਰਹੇ ਆ, ਪਰ ਅਸੀਂ ਕਦੇ ਵੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਇਸੇ ਕਰਕੇ ਕਰਨੀ ਪੈ ਰਹੀ ਆ ਕਿ ਉਸਨੇ ਲੋਗੜ ਪਰਿਵਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਜਿੰਨਾ ਉਹ ਨੀਵਾਂ ਗਿਰ ਸਕਦਾ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਸਾਰਿਆਂ ਨੂੰ ਪਤਾ ਕਿ ਲਾਡੀ ਢੋਸ ਦਾ ਇਤਿਹਾਸ ਕੀ ਆ। ਲਾਡੀ ਢੋਸ ਦਾ ਇਤਿਹਾਸ ਪਰਿਵਾਰ ਦਾ ਮੈਂ ਕਹੂੰਗਾ ਕਬਜ਼ੇ ਕਰਨਾ, ਗੋਲੀਆਂ ਚਲਾਉਣੀਆਂ, ਧਮਕੀਆਂ ਦੇਣੀਆਂ, ਜਿਹੜੀਆਂ ਕਿ ਉਹ ਅੱਜ ਵੀ ਦੇ ਰਿਹਾ। ਈਵਨ ਜਿਹੜੇ ਕੋਈ ਕੈਂਡੀਡੇਟ ਛੱਡ ਕੇ, ਕੋਈ ਵਰਕਰ ਛੱਡ ਕੇ ਜਾਂਦਾ ਉਹਨੂੰ, ਤਾਂ ਉਹਨੂੰ ਇਹ ਕਿਹਾ ਜਾਂਦਾ ਕਿ ਦੇਖ ਲਾ ਤੂੰ ਲੱਭਣਾ ਨਹੀਂ ਲਾਡੀ ਢੋਸ ਨਾਲ ਪੰਗਾ ਲੈ ਕੇ। ਇਹ ਤਾਂ ਉਹਨਾਂ ਦਾ ਕਿਰਦਾਰ ਹੈ। ਰਹੀ ਗੱਲ ਅਸੀਂ ਕੀ ਐਕਸ਼ਨ ਲੈ ਰਹੇ ਹਾਂ, ਕੋਈ ਵੀ ਨਹੀਂ ਚਾਹੂਗਾ ਬਈ ਤੁਹਾਡੇ ਤੇ ਝੂਠੇ ਇਲਜ਼ਾਮ ਲਾ ਕੇ ਤੁਹਾਡੇ ਪਰਿਵਾਰ ਨੂੰ ਕੋਈ ਬਦਨਾਮ ਕਰ ਸਕੇ। ਇਸ ਕਰਕੇ ਅਸੀਂ ਝੂਠਾ ਜੋ ਉਹਨਾਂ ਨੇ ਪ੍ਰਚਾਰ ਕੀਤਾ ਉਹਦੇ ਡਿਫੇਮੇਸ਼ਨ ਦਾ ਕੇਸ ਉਹਨਾਂ ਦੇ ਅਗੇਂਸਟ ਪਾ ਰਹੇ ਹਾਂ। ਇਹ ਮੈਂ ਦੱਸਣਾ ਜ਼ਰੂਰੀ ਸਮਝਦਾ ਕਿ ਇਹ ਕੇਸ ਲਾਡੀ ਢੋਸ ਦੇ ਖਿਲਾਫ ਹੋਏਗਾ। ਇੱਕ ਉਸ ਤੋਂ ਪਹਿਲਾਂ ਵਿਜੇ ਕੁਮਾਰ ਧੀਰ, ਇੱਕ ਉਹਨਾਂ ਨੇ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ ਵਿੱਚ ਵਿਜੇ ਕੁਮਾਰ ਧੀਰ ਨੇ ਵੀ ਪਰਿਵਾਰ ਦੇ ਉਲਟ ਬਹੁਤ ਊਟ ਪਟਾਂਗ ਬੋਲਣ ਦੀ ਕੋਸ਼ਿਸ਼ ਕੀਤੀ ਆ। ਅਤੇ ਇੱਕ ਡਿਫੇਮੇਸ਼ਨ ਕੇਸ ਅਸੀਂ ਵਿਜੇ ਧੀਰ ਦੇ ਅਗੇਂਸਟ ਪਾ ਰਹੇ ਹਾਂ। ਬਾਕੀ ਜਿਸ ਘਰ ਲਾਡੀ ਢੋਸ ਨੇ ਸਾਡੇ ਉਲਟ ਜਾ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਆ, ਸਰਦਾਰ ਲਛਮਣ ਸਿੰਘ ਸਨ ਆਫ ਸ਼੍ਰੀ ਬਹਾਲ ਸਿੰਘ, ਅਸੀਂ ਉਹਨਾਂ ਨੂੰ ਵੀ ਇਸ ਝੂਠੇ ਇਹ ਜੋ ਹੈ ਝੂਠਾ ਪ੍ਰਚਾਰ ਕੀਤਾ ਗਿਆ, ਕਿਉਂਕਿ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਬਣਦੀ ਆ। ਜੇ ਕਿਸੇ ਦੇ ਘਰ ਆਣ ਕੇ ਕੋਈ ਕਿਸੇ ਦੇ ਅਗੇਨਸਟ ਬੋਲਦਾ ਤਾਂ ਇਸ ਤਰ੍ਹਾਂ ਹੁੰਦਾ ਵੀ ਉਹ ਹੀ ਬੋਲ ਰਿਹਾ। ਸੋ ਇਸ ਕਰਕੇ ਅਸੀਂ ਸਰਦਾਰ ਲਛਮਣ ਸਿੰਘ ਨੂੰ ਵੀ ਇਹਦੀ ਲਪੇਟ ਵਿੱਚ ਲੈ ਰਹੇ ਹਾਂ। ਸਰ ਜੇ ਦੇਖਿਆ ਜਾਵੇ ਤਾਂ ਚੋਣ ਬੜੇ ਨੇੜੇ ਆ, ਇਲੈਕਸ਼ਨ ਹੋਣ ਵਾਲੇ ਆ, ਕਿੰਨਾ ਕੁ ਇਸ ਗੱਲ ਨਾਲ ਜਿਹੜੀ ਚੋਣ ਕੰਪੇਨ ਤੇ ਕਿੰਨਾ ਕੁ ਅਸਰ ਸਮਝਦੇ ਹੋ? ਬਿਲਕੁਲ ਜੀ, ਅਸੀਂ ਇਹ ਸਿਰਫ ਇਸ ਕੋਈ ਬੈਨੀਫਿਟ ਲੈਣ ਵਾਸਤੇ ਨਹੀਂ ਕਰ ਰਹੇਗੇ। ਅਸੀਂ ਆਪਣੇ ਆਪ ਨੂੰ ਕਲੀਅਰ ਕਰ ਰਹੇ ਹਾਂ। ਜੋ ਇਹਨਾਂ ਨੇ ਝੂਠ ਦੇ ਪਲੰਦੇ ਸਾਡੇ ਪਰਿਵਾਰ ਅਗੇਨਸਟ ਬੋਲੇ ਆ, ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇਸ ਕਰਕੇ ਸਾਡਾ ਅੱਜ ਦੀ ਪ੍ਰੈਸ ਕਾਨਫਰੰਸ ਕਰਨਾ ਬਹੁਤ ਜ਼ਰੂਰੀ ਸੀਗਾ ਵੀ ਸਾਨੂੰ ਕੱਲ੍ਹ ਨੂੰ ਕੋਈ ਸਾਡੇ 'ਤੇ ਉਂਗਲ ਨਾ ਚੱਕ ਸਕੇ। ਅਸੀਂ ਇਸ ਬੰਦੇ ਨੂੰ ਚੈਲੰਜ ਕਰਦੇ ਹਾਂ ਕਿ ਕਦੇ ਵੀ ਇਹ ਕੁਛ ਵੀ ਕੋਈ ਪ੍ਰੂਵ ਕਰ ਦੇਵੇ। ਅਸੀਂ ਤਾਂ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੇ ਹਾਂ, ਲੋਕਾਂ ਦੀ ਹੈਲਪ ਕੀਤੀ ਆ। ਜਦੋਂ ਵੀ ਕਿਸੇ ਨੇ ਸਾਨੂੰ ਉੱਥੇ ਅਮਰੀਕਾ ਬੈਠਿਆਂ ਨੂੰ ਵੀ ਕੋਈ ਮੰਗ ਕੀਤੀ ਆ, ਅਸੀਂ ਹਰ ਇੱਕ ਦੀ ਪੂਰੀ ਕੀਤੀ ਆ। ਸਾਡਾ ਪਰਿਵਾਰ ਤੇ ਸਾਰਾ ਉੱਥੇ ਹੈ ਹੀ। ਅਸੀਂ ਤਾਂ ਇੱਥੋਂ ਪਿੰਡ 'ਚੋਂ ਇਲਾਕੇ 'ਚੋਂ ਬਹੁਤ ਬੰਦੇ ਜੋ ਉੱਥੇ ਗਏ ਆ ਅਮਰੀਕਾ, ਉਹਨਾਂ ਦੀ ਵੀ ਆਪਣੇ ਤੌਰ 'ਤੇ ਆਪਣੇ ਪਰਿਵਾਰ ਵੱਲੋਂ ਹੱਦੋਂ ਵੱਧ ਰੱਜ ਕੇ ਉਹਨਾਂ ਦੀ ਮਦਦ ਕੀਤੀ ਆ, ਆਊਟ ਆਫ ਦਾ ਵੇ ਜਾ ਕੇ ਮਦਦ ਕੀਤੀ ਆ।